हाँ जी डियर स्टूडेंट्स, अपनी लैक्चर सीरीज़ ਨੂੰ ਕੰਟੀਨਿਊਸ ਕਰਦੇ ਹੋਏ ਆਪਣਾ ਅੱਜ ਦਾ 3 ਸਤੰਬਰ 2020 ਦਾ ਲੈਕਚਰ ਮੈਂ ਤੁਹਾਨੂੰ ਆਪਣੇ ਇਸ ਲੈਕਚਰ ਦੇ ਵਿੱਚ ਆਪਾਂ ਅੱਜ ਪੜ੍ਹਨਾ ਹੈ ਗੋਸ ਜੋਰਡਨ ਮੈਥਡ ਟੂ ਕੰਪਿਊਟ ਦ ਇਨਵਰਸ ਵਿਦ ਐਲੀਮੈਂਟਰੀ ਟਰਾਂਸਫੋਰਮੇਸ਼ਨਸ। ਕੱਲ੍ਹ ਰਜੇ ਆਪਾਂ ਐਲੀਮੈਂਟਰੀ ਟਰਾਂਸਫੋਰਮੇਸ਼ਨਸ ਪੜ੍ਹੀਆਂ ਸੀ ਕਿ ਕੀ ਹੁੰਦੀਆਂ ਨੇ ਅਤੇ ਉਹ ਕਿਵੇਂ ਅਪਲਾਈ ਹੁੰਦੀਆਂ ਨੇ। ਤੇ ਇਨਵਰਸ ਹੁਣ ਅੱਜ ਆਪਾਂ ਨੇ ਇੱਕ ਮੈਥਡ ਪੜ੍ਹਨਾ ਗੋਸ ਜੋਰਡਨ ਮੈਥਡ, ਜਿਹੜਾ ਕਿ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਮੈਟ੍ਰਿਕਸ ਦਾ ਇਨਵਰਸ ਕੱਢਣ ਦੇ ਲਈ। ਠੀਕ ਹੈ, ਤਾਂ ਇਸ ਮੈਥਡ ਦੇ ਵਿੱਚ ਆਪਾਂ ਜਿਹੜੀਆਂ ਕੱਲ੍ਹ ਆਪਾਂ ਐਲੀਮੈਂਟਰੀ ਟਰਾਂਸਫੋਰਮੇਸ਼ਨ ਸਿੱਖੀਆਂ ਸੀ ਆਪਾਂ ਉਹਨਾਂ ਦੀ ਹੈਲਪ ਦੇ ਨਾਲ ਇਨਵਰਸ ਕੱਢਣਾ ਸਿੱਖਾਂਗੇ। ਠੀਕ ਹੈ, ਇਹਨੂੰ ਮੈਂ ਇੱਕ ਐਗਜ਼ਾਮਪਲ ਦੇ ਥਰੂ ਤੁਹਾਨੂੰ ਡਿਸਕਸ ਕਰਾਂਗੀ। ਜਿਵੇਂ ਤੁਹਾਡੀ ਬੁੱਕ ਦੇ ਵਿੱਚ ਫਸਟ ਐਗਜ਼ਾਮਪਲ ਦਿੱਤੀ ਹੋਈ ਹੈ। ਫਸਟ ਐਗਜ਼ਾਮਪਲ ਦੇਖੋ ਤੁਹਾਡੇ ਸਾਹਮਣੇ ਹੈਗੀ ਹੈ, ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਕਲੀਅਰ ਕਰਾਂਗੇ ਆਪਾਂ। ਠੀਕ ਹੈ ਜੀ, ਜਿਵੇਂ ਸਪੋਜ਼ ਕਰੋ ਤੁਹਾਡੇ ਕੋਲ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ 2 -3 1 3 5 7 1 1 2। ਠੀਕ ਹੈ ਜੀ, ਤੁਸੀਂ ਇੱਥੇ ਗੋਸ ਜੋਰਡਨ ਮੈਥਡ ਲਗਾ ਕੇ ਇਸ ਮੈਟ੍ਰਿਕਸ ਦਾ ਇਨਵਰਸ ਫਾਈਂਡ ਆਊਟ ਕਰਨਾ। ਠੀਕ ਹੈ, ਇਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਊਗਾ, ਤੁਹਾਨੂੰ ਇਸ ਮੈਟ੍ਰਿਕਸ ਨੂੰ ਆਇਡੈਂਟੀਟੀ ਨਾਲ ਮਲਟੀਪਲਾਈ ਕਰਕੇ ਦੇਖੋ। ਤੁਹਾਨੂੰ ਪਤਾ ਕਿ ਅਗਰ ਆਪਾਂ ਕਿਸੇ ਵੀ ਮੈਟ੍ਰਿਕਸ ਨੂੰ ਆਇਡੈਂਟੀਟੀ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਕੋਈ ਇਫੈਕਟ ਨਹੀਂ ਪੈਂਦਾ, ਹੈ ਨਾ। ਤਾਂ ਆਪਾਂ ਨੇ ਇਸ ਨੂੰ ਕੀ ਲਿਖਿਆ, A ਇਕੁਅਲਸ ਟੂ ਆਇਡੈਂਟੀਟੀ ਆਫ A। ਜੋ ਲੈਫਟ ਸਾਈਡ 'ਤੇ A ਹੈ ਆਪਾਂ ਉਹਦੀ ਵੈਲਿਊ ਉੱਪਰ ਵਾਲੀ ਪੁੱਟ ਕਰ ਦਾਂਗੇ ਜੋ ਮੈਟ੍ਰਿਕਸ ਦੀ ਇਹ ਗਿਵਨ ਹੈ। ਠੀਕ ਹੈ ਜੀ, ਅਤੇ ਜੋ ਆਇਡੈਂਟੀਟੀ ਦਿੱਤੀ ਹੋਈ ਹੈ ਇਹ ਆਪਾਂ ਉਸੇ ਆਰਡਰ ਦੀ ਲੈਣੀ ਹੈ ਜਿੰਨੇ ਆਰਡਰ ਦੀ A ਹੈ। ਜਿਵੇਂ ਹੁਣ ਇੱਥੇ ਆਪਣੇ ਕੋਲ A ਮੈਟ੍ਰਿਕਸ ਦਾ ਆਰਡਰ 3x3 ਦਾ ਸੀ ਤਾਂ ਆਪਾਂ ਆਇਡੈਂਟੀਟੀ ਦਾ ਆਰਡਰ ਵੀ ਕਿੰਨਾ ਲਿੱਤਾ, 3x3। ਅਤੇ ਜੋ ਰਾਈਟ ਸਾਈਡ 'ਤੇ A ਪਿਆ ਹੈ ਉਹਨੂੰ ਆਪਾਂ ਐਜ਼ ਇਟ ਇਜ਼ ਰੱਖ ਦਾਂਗੇ, ਕਿਉਂਕਿ ਉਹ ਆਪਾਂ ਉਸ ਦੇ ਵਿੱਚ ਆਪਾਂ ਕੋਈ ਵੀ ਟਰਾਂਸਫੋਰਮੇਸ਼ਨਸ ਨਹੀਂ ਲਗਾਵਾਂਗੇ। ਫਿਰ ਉਸ ਤੋਂ ਬਾਅਦ ਤੁਸੀਂ ਇਸ ਮੈਟ੍ਰਿਕਸ ਦੇ ਉੱਪਰ ਇਸ ਤਰੀਕੇ ਨਾਲ ਟਰਾਂਸਫੋਰਮੇਸ਼ਨਸ ਲਾਣੀਆਂ ਨੇ, ਭਾਵੇਂ ਉਹ ਰੋ ਟਰਾਂਸਫੋਰਮੇਸ਼ਨਸ ਹੋਣ ਭਾਵੇਂ ਉਹ ਕੋਲਮ ਟਰਾਂਸਫੋਰਮੇਸ਼ਨਸ ਹੋਣ, ਤਾਂ ਇਸ ਤਰੀਕੇ ਨਾਲ ਲਗਾਣੀਆਂ ਨੇ ਕਿ ਜਿਹੜੀ ਲੈਫਟ ਸਾਈਡ ਵਾਲੀ A ਹੈ ਉਹ ਆਇਡੈਂਟੀਟੀ ਦੇ ਵਿੱਚ ਕਨਵਰਟ ਹੋ ਜਾਵੇ ਅਤੇ ਜਿਹੜੀ ਰਾਈਟ ਸਾਈਡ ਵਾਲੀ ਆਇਡੈਂਟੀਟੀ ਹੈ ਉਹ ਕਿਸੇ ਹੋਰ ਮੈਟ੍ਰਿਕਸ ਦੇ ਵਿੱਚ ਕਨਵਰਟ ਹੋ ਜਾਵੇ। ਜੋ ਮੈਟ੍ਰਿਕਸ ਇੱਥੇ ਆਇਡੈਂਟੀਟੀ ਬਣਨ ਤੋਂ ਬਾਅਦ ਇੱਥੇ ਜੋ ਫਾਈਨਲ ਟੱਚ ਦੇ ਵਿੱਚ ਮੈਟ੍ਰਿਕਸ ਬਣਨੀ ਹੈ ਉਹ ਹੋ ਜਾਊਗਾ ਤੁਹਾਡਾ A ਦਾ ਇਨਵਰਸ। ਠੀਕ ਹੈ ਜੀ, ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਪ੍ਰੋਸੈਸ ਇਹ ਹੋਣਾ ਚਾਹੀਦਾ ਹੈ ਕਿ ਜੋ ਤੁਹਾਡੇ ਕੋਲ ਫਸਟ ਐਲੀਮੈਂਟ ਹੈ ਇੱਥੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ 1 ਬਣਾਉਣਾ। ਅਗਰ ਇੱਥੇ 1 ਨਹੀਂ ਹੈ ਤਾਂ ਜਿਵੇਂ ਸਪੋਜ਼ ਇੱਥੇ ਆਪਣੇ ਕੋਲ 2 ਹੈ ਨਾ, ਤਾਂ ਅਗਰ ਇੱਥੇ 1 ਨਹੀਂ ਹੈ ਤਾਂ ਤੁਸੀਂ 1 ਲੈ ਕੇ ਆਓਗੇ। ਭਾਵੇਂ ਤਾਂ ਇਹਨੂੰ 2 ਨਾਲ ਡਿਵਾਈਡ ਕਰਕੇ ਲੈ ਕੇ ਆਓ, ਚਾਹੇ ਇਹਨਾਂ ਨੂੰ ਆਪਸ ਦੇ ਵਿੱਚ, ਜਿਵੇਂ ਦੇਖੋ R3 ਦੇ ਵਿੱਚ ਇੱਥੇ 1 ਪਿਆ ਹੈ ਨਾ, ਭਾਵੇਂ ਤੁਸੀਂ R1 ਨੂੰ R3 ਦੇ ਨਾਲ ਇੰਟਰਚੇਂਜ ਕਰ ਸਕਦੇ ਹੋ। ਤਾਂ ਜਦੋਂ ਤੁਸੀਂ R1 ਨੂੰ R3 ਦੇ ਨਾਲ ਇੰਟਰਚੇਂਜ ਕੀਤਾ ਤਾਂ ਤੁਹਾਡੇ ਕੋਲ ਮੈਟ੍ਰਿਕਸ ਬਣ ਜੂਗੀ। ਹੁਣ ਇਹਦੇ ਵਿੱਚ ਜਿਹੜੀ ਸੈਕਿੰਡ ਰੋ ਹੈ ਉਹ ਤੁਹਾਡੇ ਕੋਲ ਸੇਮ ਰਹਿਣੀ ਹੈ, ਦੋਨੋਂ ਸਾਈਡ ਆਪਰੇਸ਼ਨ ਸੇਮ ਲਗਾਓਗੇ ਤੁਸੀਂ। ਠੀਕ ਹੈ ਜੀ, ਆਪਰੇਸ਼ਨ ਦੋਨੋਂ ਸਾਈਡ ਸੇਮ ਚੱਲੂਗਾ। ਫਿਰ ਉਸ ਤੋਂ ਬਾਅਦ ਤੁਸੀਂ ਇਸ 1 ਦੀ ਹੈਲਪ ਦੇ ਨਾਲ ਇਹਨਾਂ ਦੋਨੋਂ ਐਲੀਮੈਂਟਸ ਨੂੰ 0 ਬਣਾਉਣਾ ਹੈ। ਇੱਥੇ ਤੁਹਾਨੂੰ 2 ਆਪਰੇਸ਼ਨਸ ਲਾਣੇ ਪੈਣੇ ਆ। ਇੱਕ ਔਰ ਆਪਰੇਸ਼ਨ ਲੱਗੂਗਾ R2 ਦੇ ਉੱਪਰ, ਇੱਕ ਆਪਰੇਸ਼ਨ ਲੱਗੂਗਾ R3 ਦੇ ਉੱਪਰ। ਠੀਕ ਹੈ ਜੀ, ਇਹਨਾਂ ਦੋਨੋਂ ਆਪਰੇਸ਼ਨਸ ਨੂੰ ਆਪਾਂ R1 ਦੀ ਹੈਲਪ ਦੇ ਨਾਲ ਬਣਾਵਾਂਗੇ। ਤਾਂ ਇਹਨਾਂ ਦੋਨੋਂ ਆਪਰੇਸ਼ਨਸ ਤੋਂ ਬਾਅਦ ਜਿਹੜੀ ਇਹ ਮੈਟ੍ਰਿਕਸ ਹੈ ਇਹ ਕਿਹਦੇ ਵਿੱਚ ਕਨਵਰਟ ਹੋ ਜੂਗੀ, 1 0 0 7 26 -11 2 7 ਐਂਡ -3। ਜਿਹੜਾ ਰਾਈਟ ਸਾਈਡ ਵਾਲੀ ਹੈ ਉਹ ਬਣ ਜੂਗੀ ਤੁਹਾਡੇ ਕੋਲ 1 3 ਐਂਡ -2 ਇੰਟੂ A। ਠੀਕ ਹੈ ਜੀ, ਹੁਣ ਤੁਸੀਂ ਦੇਖੋ ਜਿਹੜੇ ਫਸਟ ਕਾਲਮ ਸੀ ਇਸ ਮੈਟ੍ਰਿਕਸ ਦਾ ਉਹਦੇ ਵਿੱਚ 1 0 0 ਬਣ ਚੁੱਕਿਆ ਹੈ। ਫਿਰ ਨੈਕਸਟ ਤੁਸੀਂ ਕਰਨਾ ਹੈ, ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਸੈਕਿੰਡ ਵਾਲੀ ਕਾਲਮ ਹੈ ਉਹਦੇ ਵਿੱਚ ਤੁਸੀਂ ਹੁਣ ਇਸ ਨੂੰ 0 1 0 ਦੇ ਵਿੱਚ ਕਨਵਰਟ ਕਰਨਾ ਹੈ। ਇਹਦੇ ਵਾਸਤੇ ਤੁਸੀਂ ਕੀ ਕਰੋਗੇ, ਜਿਵੇਂ ਇਹਨਾਂ ਨੇ ਚਾਹੇ ਤਾਂ ਦੇਖੋ ਇਹਨਾਂ ਨੇ ਕੀ ਕੀਤਾ, R3 ਨੂੰ ਮਲਟੀਪਲਾਈ ਕੀਤਾ 26 R3 ਦੇ ਨਾਲ। ਤੁਸੀਂ ਕੋਈ ਵੀ ਆਪਰੇਟ ਕਰ ਸਕਦੇ ਹੋ, ਭਾਵੇਂ ਇੱਥੇ 26 ਨਾਲ ਡਿਵਾਈਡ ਕਰ ਲਿਓ, ਫਿਰ ਉਹਦੀ ਹੈਲਪ ਨਾਲ ਇਹਨਾਂ ਦੋਵਾਂ ਨੂੰ 0 ਕਰ ਦਿਓ। ਤਾਂ ਇਹ ਕਰਨ ਤੋਂ ਬਾਅਦ ਤੁਹਾਡੇ ਕੋਲ ਇਹ ਮੈਟ੍ਰਿਕਸ ਜਿਹੜੀ ਬਣ ਜੂਗੀ ਉਹ ਇਹ ਆ ਜਾਣੀ ਹੈ ਤੁਹਾਡੇ ਕੋਲ। ਠੀਕ ਹੈ ਜੀ, ਓਕੇ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਰਾਈਟ ਸਾਈਡ ਵਾਲੀ ਜਿਹੜੀ ਮੈਟ੍ਰਿਕਸ ਹੈ ਉਹ ਤੁਹਾਡੇ ਕੋਲ ਇਹ ਬਣ ਜਾਣੀ ਹੈ। ਠੀਕ ਹੈ ਜੀ,
ਫਿਰ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਇਹ ਐਲੀਮੈਂਟ ਹੈ ਇਹ 0 ਬਣ ਜਾਵੇ। ਹੁਣ ਦੇਖੋ ਆਪਾਂ ਇੱਥੇ 26 ਨਾਲ ਮਲਟੀਪਲਾਈ ਕੀਤਾ ਸੀ ਤੇ ਇਹਨੂੰ 11 ਨਾਲ ਕਰ ਦਿੰਦੇ ਹਾਂ, ਫਿਰ ਦੋਵਾਂ ਨੂੰ ਐਡ ਕਰਕੇ ਇੱਥੇ 0 ਬਣ ਜਾਊਗਾ। ਤਾਂ ਮਤਲਬ R3 ਤੇ ਆਪਰੇਟ ਕਰਾਂਗੇ, R3 + 11 R2। ਜਦੋਂ ਤੁਸੀਂ ਇਹ ਮੈਟ੍ਰਿਕਸ 'ਤੇ ਆਪਰੇਟ ਕਰੋਗੇ, ਰਾਈਟ ਸਾਈਡ ਜੋ ਮੈਟ੍ਰਿਕਸ ਬਣਨੀ ਹੈ ਉਹ ਤੁਹਾਡੇ ਕੋਲ ਇਹ ਬਣ ਜੂਗੀ, ਐਂਡ ਰਾਈਟ ਸਾਈਡ 'ਤੇ ਜੋ ਮੈਟ੍ਰਿਕਸ ਬਣਨੀ ਹੈ ਉਹ ਤੁਹਾਡੇ ਕੋਲ ਆ ਜੂਗੀ ਦਿਸ ਵਨ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਨੈਕਸਟ ਹੁਣ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜੋ 26 ਦੇ ਉੱਪਰ ਵਾਲਾ ਜੋ ਐਲੀਮੈਂਟ ਹੈ, ਜਿਵੇਂ ਹੁਣ ਦੇਖੋ ਇੱਥੇ -1 ਆਇਆ ਸੀ, ਤੁਸੀਂ ਇਸ -1 ਦੀ ਹੈਲਪ ਨਾਲ ਇਹਨਾਂ ਦੋਵਾਂ ਨੂੰ 0 ਬਣਾ ਸਕਦੇ ਹੋ। ਤਾਂ ਇੱਥੇ ਆਪਰੇਟ ਕਰ ਦਿਓ, R1 ਨੂੰ ਆਪਰੇਟ ਕਰ ਦਿਓ R1 + 2 R3 ਦੇ ਨਾਲ, ਐਂਡ R2 ਨੂੰ ਆਪਰੇਟ ਕਰ ਦਿਓ R2 + 2 R3 ਦੇ ਨਾਲ। ਇਹਦੇ ਨਾਲ ਤੁਹਾਡੇ ਕੋਲ ਮੈਟ੍ਰਿਕਸ ਜੋ ਆ ਜਾਣੀ ਹੈ ਉਹ ਇਹ ਆ ਜਾਣੀ ਹੈ 0 0 -1 and this one 52 182 26 22 78 11 -37 -130 -19 into 8। ਠੀਕ ਹੈ। ਹੁਣ ਨੈਕਸਟ ਕੀ ਰਹਿ ਗਿਆ ਆਪਣੇ ਕੋਲ, ਇੱਕ ਤਾਂ ਤੁਸੀਂ ਇਹਨੂੰ ਪੋਜ਼ੀਟਿਵ ਬਣਾਉਣਾ ਹੈ, ਪਲੱਸ ਇਹਨੂੰ 26 ਨੂੰ 1 ਬਣਾਉਣਾ ਹੈ, ਐਂਡ ਇਹਨੂੰ 0। ਓਕੇ। ਤਾਂ ਹੁਣ ਇਹਦੇ ਵਾਸਤੇ ਤੁਸੀਂ ਪਹਿਲਾਂ ਆਪਣਾ ਜੋ ਮੈਟ੍ਰਿਕਸ ਹੈ ਉਹਦੇ ਵਿੱਚ ਤੁਸੀਂ R2 ਤੇ ਆਪਰੇਟ ਕਰੋਗੇ 1/26 R2 ਤੇ R3 ਨੂੰ ਮਾਈਨਸ ਨਾਲ ਮਲਟੀਪਲਾਈ ਕਰ ਦੋਗੇ। ਇਹਦੇ ਨਾਲ ਕੀ ਹੋਊਗਾ, ਮੈਟ੍ਰਿਕਸ ਜਿਹੜੀ ਹੈ ਤੁਹਾਡੀ ਇਹਦੇ ਵਿੱਚ ਕਨਵਰਟ ਹੋ ਜਾਣੀ ਹੈ। 7 -26 22 3 -11 -37 -5 19 into 8। ਫਿਰ ਉਸ ਤੋਂ ਬਾਅਦ ਤੁਸੀਂ ਹੁਣ ਇਸ 1 ਦੀ ਹੈਲਪ ਨਾਲ ਉੱਪਰ ਵਾਲੇ ਨੂੰ ਕੀ ਬਣਾ ਦੋਗੇ 0। ਤਾਂ R1 ਤੇ ਆਪਰੇਟ ਕਰੋਗੇ R1 - 7 R2। ਫਾਈਨਲ ਮੈਟ੍ਰਿਕਸ ਆ ਜਾਊਗੀ ਤੁਹਾਡੇ ਕੋਲ, ਜਿਹਦੇ ਵਿੱਚੋਂ ਤੁਸੀਂ ਦੇਖੋਗੇ ਕਿ ਜੋ ਲੈਫਟ ਸਾਈਡ ਵਾਲੀ ਜੋ ਮੈਟ੍ਰਿਕਸ ਹੈ ਉਹ ਬਣ ਚੁੱਕੀ ਹੈ ਤੁਹਾਡੇ ਕੋਲੇ ਆਇਡੈਂਟੀਟੀ, ਤੇ ਰਾਈਟ ਸਾਈਡ ਇੱਕ ਨਵੀਂ ਮੈਟ੍ਰਿਕਸ ਬਣ ਗਈ ਆਪਣੇ ਕੋਲ। ਇਹ ਜੋ ਮੈਟ੍ਰਿਕਸ ਹੈ ਹੁਣ ਦੇਖੋ ਇਹ ਮੈਟ੍ਰਿਕਸ ਹੈ ਜਿਹਨੂੰ ਤੁਸੀਂ A ਨਾਲ ਮਲਟੀਪਲਾਈ ਕੀਤਾ ਤਾਂ ਆਇਡੈਂਟੀਟੀ ਆ ਗਿਆ, ਤਾਂ ਇਟ ਮੀਨਸ ਇਹ ਇਨਵਰਸ ਹੋ ਗਿਆ। ਤਾਂ ਇਹਨੂੰ ਤੁਸੀਂ ਇਸ ਤਰੀਕੇ ਨਾਲ ਕੈਲਕੂਲੇਟ ਕਰ ਸਕਦੇ ਹੋ। ਤਾਂ ਇਹ ਹੈਗਾ ਰਾਜੇ ਤੁਹਾਡੇ ਕੋਲ A ਦਾ ਇਨਵਰਸ ਕੈਲਕੂਲੇਟ ਹੋ ਚੁੱਕਿਆ। ਤਾਂ ਇਸ ਤਰੀਕੇ ਨਾਲ ਤੁਸੀਂ ਗੌਸ ਜੋਰਡਨ ਮੈਥਡ ਨੂੰ ਯੂਜ਼ ਕਰ ਸਕਦੇ ਹੋ ਟੂ ਫਾਈਂਡ ਦ ਇਨਵਰਸ ਆਫ ਅ ਮੈਟ੍ਰਿਕਸ। ਠੀਕ ਹੈ ਜੀ। ਅੱਛਾ, ਇਹਦੇ ਵਿੱਚ ਇੱਕ ਹੋਰ ਹੁੰਦਾ ਹੈ ਕਿ ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਕੋਲ ਇਹ ਸੈਕਿੰਡ ਐਗਜ਼ਾਮਪਲ ਦੇ ਵਿੱਚ ਦੱਸਿਆ ਹੋਇਆ ਹੈ ਉਹਨਾਂ ਨੇ ਕਿ ਤੁਸੀਂ ਰੋ ਟਰਾਂਸਫਰਮੇਸ਼ਨਸ ਹੀ ਯੂਜ਼ ਕਰਨੀਆਂ ਨੇ। ਠੀਕ ਹੈ। ਤਾਂ ਇਹਦਾ ਮਤਲਬ ਹੈ ਕਿ ਤੁਸੀਂ ਜਿੰਨੇ ਵੀ ਆਪਰੇਸ਼ਨ ਜਿਵੇਂ ਫਸਟ ਐਗਜ਼ਾਮਪਲ ਦੇ ਵਿੱਚ ਅਪਲਾਈ ਕੀਤੇ ਸੀ ਉਹ ਸਾਰੇ ਦੇ ਸਾਰੇ ਰੋ ਆਪਰੇਸ਼ਨ ਸੀ, ਉਹਨਾਂ 'ਚੋਂ ਕੋਈ ਵੀ ਕਾਲਮ ਆਪਰੇਸ਼ਨ ਨਹੀਂ ਸੀ। ਤਾਂ ਅਗਰ ਤੁਹਾਨੂੰ ਇਹ ਗਿਵਨ ਆ ਗਿਆ ਕਿ ਰੋ ਟਰਾਂਸਫਰਮੇਸ਼ਨਸ ਲਗਾਉਣੀਆਂ ਨੇ ਤਾਂ ਤੁਸੀਂ ਜਿੰਨੇ ਵੀ ਆਪਰੇਸ਼ਨਸ ਲਗਾਉਣੇ ਆ ਉਹ ਸਾਰੇ ਦੇ ਸਾਰੇ ਰੋ ਹੀ ਲਗਾਉਣੇ ਆ। ਓਕੇ। ਵੈਸੇ ਤਾਂ ਬੇਸਿਕਲੀ ਜੋ ਗੌਸ ਜੋਰਡਨ ਮੈਥਡ ਹੁੰਦਾ ਉਹ ਰੋ ਆਪਰੇਸ਼ਨਸ ਲਈ ਹੀ ਅਪਲਾਈ ਹੁੰਦਾ, ਬਟ ਕਈ ਵਾਰੀ ਗਿਵਨ ਕਰ ਦਿੰਦੇ ਆ ਕਿ ਤੁਸੀਂ ਕਾਲਮ ਆਪਰੇਸ਼ਨਸ ਦੇ ਨਾਲ ਇਨਵਰਸ ਫਾਈਂਡ ਆਊਟ ਕਰੋ। ਤਾਂ ਉੱਥੇ ਤੁਹਾਨੂੰ ਸਾਰੇ ਕਾਲਮ ਆਪਰੇਸ਼ਨਸ ਲਗਾ ਕੇ ਲੈਫਟ ਮੈਟ੍ਰਿਕਸ ਨੂੰ ਆਇਡੈਂਟੀਟੀ ਐਂਡ ਰਾਈਟ ਨੂੰ ਇਨਵਰਸ ਬਣਾਉਣਾ ਪਏਗਾ। ਓਕੇ ਰਾਜੇ, ਇਹ ਸੀਗਾ ਗੌਸ ਜੋਰਡਨ ਮੈਥਡ। ਇਹਨੂੰ ਅੱਛੇ ਤਰੀਕੇ ਨਾਲ ਕਰ ਲੈਣਾ ਸਾਰਿਆਂ ਨੇ। ਅਗਰ ਕਿਸੇ ਨੂੰ ਕੋਈ ਵੀ ਡਾਊਟ ਹੈ ਤਾਂ ਤੁਸੀਂ ਕਲੀਅਰ ਕਰ ਲਓ ਆਪਣੇ ਨਾਲ ਦੀ ਨਾਲ, ਅਤੇ ਕੱਲ੍ਹ ਵਾਲੇ ਸੈਸ਼ਨ 'ਚੋਂ ਵੀ ਅਗਰ ਕਿਸੇ ਨੂੰ ਕੋਈ ਵੀ ਡਾਊਟ ਲੱਗਦਾ ਤਾਂ ਤੁਸੀਂ ਆਪਣਾ ਨਾਲ ਦੀ ਨਾਲ ਕਲੀਅਰ ਕਰ ਲਓ। ਓਕੇ।